ਨੈਕਸਟ ਬੇਟਾ ਅਸੀਂ ਦੇਖਦੇ ਹਾਂ ਕਿ ਮਲਟੀਪਲੈਕਸਰ ਟਰੀ ਕਿਸ ਤਰ੍ਹਾਂ ਬਣ ਸਕਦਾ। ਮਲਟੀਪਲੈਕਸਰ ਟਰੀ ਦਾ ਮਤਲਬ ਹੈ ਕਿ ਛੋਟੇ ਮਲਟੀਪਲੈਕਸਰਸ ਯੂਜ਼ ਕਰਕੇ ਇੱਕ ਬਿਗਰ ਮਲਟੀਪਲੈਕਸਰ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਜਾਂ ਇਹਨੂੰ ਇਸ ਤਰ੍ਹਾਂ ਸੋਚ ਲਓ, ਛੋਟੇ ਦਾ ਮਤਲਬ ਹੈ ਘੱਟ ਇਨਪੁਟਸ ਵਾਲੇ ਅਗਰ ਮਲਟੀਪਲੈਕਸਰ ਅਵੇਲੇਬਲ ਹੈ ਤੇ ਉਹਨਾਂ ਨੂੰ ਯੂਜ਼ ਕਰਕੇ ਮੈਂ ਜ਼ਿਆਦਾ ਇਨਪੁਟਸ ਵਾਲਾ ਮਲਟੀਪਲੈਕਸਰ ਕਿਸ ਤਰ੍ਹਾਂ ਬਣਾ ਸਕਦਾ। ਐਜ਼ ਯੂਜੂਅਲ ਇੱਕ ਸਿੰਪਲ ਜੀ ਐਗਜ਼ਾਮਪਲ ਤੋਂ ਸ਼ੁਰੂ ਕਰਦੇ ਹਾਂ। ਸਿੰਪਲ ਐਗਜ਼ਾਮਪਲ ਹੈ ਮੇਰੇ ਕੋਲ ਕਿ ਲੈਟਸ ਸੇ ਤੁਹਾਨੂੰ ਚਾਹੀਦਾ ਹੈ 8x1 ਮਲਟੀਪਲੈਕਸਰ, ਠੀਕ ਹੈ। ਤੋ ਇਹਨੂੰ ਤੁਸੀਂ ਬਿਲਡ ਕਰੋ, ਬਿਲਡ 8x1 ਮਲਟੀਪਲੈਕਸਰ। ਤੁਹਾਡੇ ਕੋਲ ਹੈਗੇ ਆ 4x1 ਵਾਲੇ ਤੇ 2x1 ਵਾਲੇ, ਇਹਨਾਂ ਨੂੰ ਯੂਜ਼ ਕਰਨਾ ਹੈ ਤੇ ਤੁਸੀਂ ਮਲਟੀਪਲੈਕਸਰ ਬਣਾਉਣਾ, ਠੀਕ ਹੈ। ਤੁਸੀਂ ਕਿਹਾ ਜੀ ਠੀਕ ਹੈ, ਪਹਿਲੇ ਆਪਣੀ ਰਿਕੁਆਇਰਮੈਂਟ ਦੇਖ ਲਈਏ। 8x ਵਾਲੇ 'ਚ 8 ਇਨਪੁਟ ਹੋਣੇ ਚਾਹੀਦੇ, 1 2 3 4 5 6 7 ਤੇ 8, ਠੀਕ ਹੈ। 8x1 3 ਕੰਟਰੋਲ ਲਾਈਨਾਂ ਹੋਣਗੀਆਂ A B C ਤੇ ਇੱਕ ਆਊਟਪੁੱਟ ਹੋਏਗੀ। ਪਰ 4x1 ਵਾਲੇ 'ਚ ਤੇ ਮੇਰੇ ਕੋਲ 4 ਇਨਪੁਟ ਹੈ ਨਾ, 1 2 3 4 ਇਨਪੁਟ ਹੀ ਹੋਣਗੇ। ਇਹ ਕਦੀ ਆਊਟਪੁੱਟ ਹੋਏਗੀ, ਕਦੀ ਆਊਟਪੁੱਟ ਹੋਏਗੀ। ਇੱਥੇ 2 ਆਊਟਪੁੱਟ ਆ ਗਈਆਂ। ਇੰਜ ਕਰਦੇ ਆ, ਇਹਨਾਂ ਦੋਨੋਂ ਆਊਟਪੁੱਟ ਨੂੰ ਇੱਕ ਹੋਰ 2x1 ਵਾਲੇ ਨੂੰ ਦੇ ਦਿੰਦੇ ਆ ਤੇ ਇੱਕ ਆਊਟਪੁੱਟ ਬਣ ਜਾਏਗੀ, ਹੈ ਨਾ। ਪਹਿਲੀਆਂ 4 ਇਨਪੁੱਟ ਇਹਨੂੰ ਦੇ ਦਿੰਦੇ ਆ, ਕਿਹੜੀ I0 I1 I2 I3 ਇਹਨੂੰ ਦੇ ਦਿੰਦੇ ਆ ਤੇ I4 I5 I6 I7 ਅਗਲੀਆਂ ਇਹਨੂੰ ਦੇ ਦਿੰਦੇ ਆ, ਠੀਕ ਹੈ। ਹੁਣ ਕਹਾਣੀ ਰਹਿ ਗਈ ਇਹਨਾਂ ਨੂੰ ਕੰਟਰੋਲ ਕਿੰਜ ਕਰਨਾ। ਕੰਟਰੋਲ ਕਿਸ ਤਰ੍ਹਾਂ ਕਰਨਾ ਤੁਸੀਂ ਦੇਖੋ, ਜਰਾ ਟੇਬਲ ਬਣਾ ਕੇ ਦੇਖੀਏ। ਪਹਿਲੇ ਟੇਬਲ ਮੈਂ ਬਣਾਉਣ ਲੱਗਾ ਜੀ 3 ਇਨਪੁਟਸ ਵਾਸਤੇ A B C। ਮੇਰੇ ਕੋਲ ਇਨਪੁਟਸ ਕੀ ਹੋ ਸਕਦੀਆਂ 0 0 0 0 0 1 0 1 0 0 1 1। ਇੱਕ ਲਾਈਨ ਛੱਡ ਕੇ ਮੈਂ ਲਿਖਣ ਲੱਗਾ 1 0 0 1 0 1 1 1 0 1 1 1। ਇਹੀ ਹੈ ਨਾ। ਸਿਰਫ ਜੇ ਮੈਂ A ਨੂੰ ਥੋੜੀ ਦੇਰ ਲਈ ਕਵਰ ਕਰ ਲਾਂ ਤੇ ਮੇਰੇ ਕੋਲ ਹੈ ਇਹ ਇਨਪੁਟਸ B C ਦੇ ਦੇਖੋ ਰਿਪੀਟ ਹੋਏ 0 0 0 1 1 0 1 1 0 0 0 1 1 0 1 1। ਇਹ ਰਿਪੀਟ ਹੋਏ ਹੈ ਨਾ। ਇਹਦਾ ਮਤਲਬ ਜੋ I0 ਦੇ ਇਨਪੁਟ ਹੈ ਨਾ ਉਹੀ I5 ਦੇ ਹੈਗੇ ਆ, ਸੌਰੀ I4 ਹੈਗਾ, I4 ਹੈਗਾ। ਜੋ I3 ਦੇ ਆ ਉਹ I7 ਦੇ ਹੈਗੇ। I3 ਇੱਥੇ ਆਉਣਾ ਚਾਹੀਦਾ ਨਾ, I0 I1 I2 I3 I4 I5 I6 I7, ਇਹੀ ਹੈ ਨਾ। BC ਜੋ I0 ਦਾ ਉਹੀ I4 ਦਾ, BC ਜੋ I1 ਵਾਸਤੇ ਹੈ ਉਹੀ I5 ਵਾਸਤੇ ਹੈ, BC ਜੋ I2 ਵਾਸਤੇ ਹੈ ਉਹੀ I6 ਵਾਸਤੇ ਹੈ ਤੇ BC ਜੋ I3 ਵਾਸਤੇ ਹੈ 1 1 ਉਹੀ I7 ਵਾਸਤੇ ਵੀ ਹੈ ਨਾ। ਆਹ ਦੇਖੋ ਮੇਰੇ ਕੋਲ 3 ਕੰਟਰੋਲ ਲਾਈਨਾਂ ਹੈਗੀਆਂ ਜੇ A B ਤੇ C, A B C। ਅਸੀਂ ਪਤਾ ਹੀ ਕਰਦੇ ਹਾਂ B C L, ਇੱਥੋਂ B ਚੁੱਕਿਆ ਚੱਲ ਵੀ ਤੂੰ, C ਚੁੱਕਿਆ ਚੱਲ ਵੀ ਤੂੰ ਲੈ ਲੈ, ਹੈ ਨਾ। ਉਹੀ B C ਇਹਨੂੰ ਵੀ ਦੇਣ ਲੱਗਿਆ। ਜਿਹੜੇ 2 ਲੋਅਰ ਸਿਗਨੀਫੀਕੈਂਟ ਹੈ ਨਾ ਉਹ ਦੋਨਾਂ ਨੂੰ ਸੇਮ ਦੇ ਦਿੱਤੇ, ਠੀਕ ਹੈ। ਹੁਣ ਜਦੋਂ B C ਦੀ ਕੋਈ ਵੈਲਿਊ ਆਏਗੀ ਨਾ ਇੱਕ ਇਹਦੇ 'ਚੋਂ ਐਕਟਿਵ ਹੋ ਕੇ ਇੱਥੇ ਪਹੁੰਚ ਜਾਏਗਾ। ਮੰਨ ਲਓ ਤੁਸੀਂ ਉਹਨੂੰ ਵੈਲਿਊ ਦੇ ਦਿੱਤੀ 0 0 0 0, ਇਹਨੂੰ ਵੀ ਮਿਲ ਗਈ 0 0, ਇਹਨੂੰ ਵੀ ਮਿਲ ਗਈ। ਇਹਨੇ ਕੋਰਸਪੋਂਡਿੰਗਲੀ I0 ਇੱਥੇ ਭੇਜਤਾ ਤੇ ਇਹਨੇ ਕੋਰਸਪੋਂਡਿੰਗਲੀ I4 ਇੱਥੇ ਭੇਜਤਾ, ਹੈ ਨਾ। ਲੇਕਿਨ ਸਾਨੂੰ ਅੱਗੇ ਕੀ ਚਾਹੀਦਾ ਉਹ ਡਿਸਾਈਡ ਕਰੇਗਾ ਕਿ A ਕੀ ਹੈ। A 0 ਹੈ ਕਿ A 1 ਹੈ। ਤੋ ਇਹ ਜਿਹੜਾ ਹੈ ਇਹਦਾ 2x1 ਦੀ ਕੰਟਰੋਲ ਲਾਈਨ ਉਹ A ਹੈ। Did you get that? ਹੁਣ ਜੇ A 0 ਕਰ ਦੋਗੇ, A 0 ਕਰ ਦੋਗੇ ਤੇ ਇਹ ਅੱਗੇ ਪਹੁੰਚ ਜਾਣਗੇ। ਇਹ ਵਾਲੇ 4 ਇਨਪੁਟਸ ਯਾਨੀ ਇਹ ਵਾਲਾ ਮਲਟੀਪਲੈਕਸਰ ਐਕਟਿਵ ਹੋ ਜਾਏਗਾ, ਇਹਦੀ ਇਨਪੁਟ ਅੱਗੇ ਆ ਜਾਏਗੀ, ਇਹਦੀ ਆਊਟਪੁੱਟ ਅੱਗੇ ਆਊਟਪੁੱਟ ਤੇ ਪਹੁੰਚ ਜਾਏਗੀ। ਤੇ ਅਗਰ ਤੁਹਾਡੇ ਕੋਲ ਤੁਸੀਂ ਇਹਨੂੰ 1 ਫੀਡ ਕਰਤਾ, 1 ਫੀਡ ਕੀਤਾ ਤੇ ਇਹਦੀ ਆਊਟਪੁੱਟ ਅੱਗੇ ਪਹੁੰਚ ਜਾਏਗੀ। ਸਮਝ ਆ ਗਏ? ਇਹਨਾਂ ਦੋਨਾਂ ਚੋਂ, ਥੈਂਕ ਯੂ, ਇਹਨਾਂ ਦੋਨਾਂ ਚੋਂ ਕਿਹੜੀ ਆਊਟਪੁੱਟ, ਕਿਹੜੇ ਮਲਟੀਪਲੈਕਸਰ ਦੀ ਆਊਟਪੁੱਟ ਅੱਗੇ ਜਾਣੀ ਹੈ ਉਹ ਕੌਣ ਡਿਸਾਈਡ ਕਰੇਗਾ? A ਦੀ ਵੈਲਿਊ ਡਿਸਾਈਡ ਕਰੇਗੀ। ਡੂ ਯੂ ਗੈਟ ਦੈਟ? ਇਹੋ ਹੀ ਅਗਰ ਮੈਂ 16x1 ਮਲਟੀਪਲੈਕਸਰ ਬਣਾਉਣਾ ਹੋਏ, ਹੁਣ ਪਹਿਲੇ ਮਨ 'ਚ ਹੀ ਬਣਾ ਲਓ ਉਹਦਾ ਨਕਸ਼ਾ ਕੀ ਬਣੇਗਾ 16x1 ਦਾ। 4 ਮਲਟੀਪਲੈਕਸਰ ਲਾ ਦਿੰਦੇ ਆ 4x1 ਦੇ, ਉਹਨਾਂ ਦੀਆਂ 4 ਆਊਟਪੁੱਟ ਆ ਜਾਣਗੀਆਂ। 16x1 'ਚ ਮੇਰੇ ਕੋਲ 4 A B C D ਗਏ,
पहले ਜਿਹੜੇ ਚਾਰ ਲਾਏ ਉਹਨਾਂ ਚਾਰਾਂ ਨੂੰ CD 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 ਜੋੜ ਦਾਂਗੇ ਤੇ ਅੱਗੇ ਫਿਰ ਇੱਕ ਚਾਰ ਆਊਟਪੁੱਟਸ ਨੂੰ ਤੋਂ ਇੱਕ ਕਰਨ ਲਈ ਫਿਰ ਇੱਕ 4:1 ਲਾਣਾ ਪਏਗਾ ਤੇ ਉਹਨੂੰ AB ਫੀਡ ਕਰ ਦਾਂਗੇ। ਠੀਕ ਹੈ, ਮਨ ਚ ਬਣ ਗਿਆ। ਹੁਣ ਅਸੀਂ ਫਿਜ਼ੀਕਲੀ ਬਣਾਉਂਦੇ ਹਾਂ। Let us see। मैं कर लगा implement क्वेश्चन है जी implement 16:1 multiplexer using 4:1 5 कितने मल्टीप्लेक्सर यूज करने 5 4:1 मल्टीप्लेक्सर्स। ठीक है, मैं की करांगा सब तो सौखा तरीका पहले 4:1 वाले 4 ला देने 4:1 4:1 4:1 ਤੇ ਇੱਕ ਹੋਰ ਲਗਾਤਾ 4:1। ਠੀਕ ਹੈ, ਇਹਨਾਂ ਚਾਰਾਂ ਦੀਆਂ ਚਾਰ ਆਊਟਪੁੱਟਸ ਆ ਗਈਆਂ। ਇਹ ਚਾਰ ਆਊਟਪੁੱਟਸ ਨੂੰ ਇੱਕ ਹੋਰ ਮਲਟੀਪਲੈਕਸਰ ਨੂੰ ਦੇਤਾ, ਇਹ ਵੀ 4:1 ਵਾਲਾ। ਇਹਨੂੰ ਇਹਦੀਆਂ ਚਾਰ ਆਊਟਪੁੱਟਸ, ਚਾਰ ਮਲਟੀਪਲੈਕਸਰਸ ਦੀਆਂ ਚਾਰ ਆਊਟਪੁੱਟਸ, ਇਹ ਇਕੱਲੇ ਦੀ ਇਨਪੁੱਟਸ ਤੇ ਇੱਕ ਫਾਈਨਲ ਆਊਟਪੁੱਟ। ਠੀਕ ਹੈ, ਹੁਣ ਇਹਨਾਂ ਨੂੰ ਇਨਪੁੱਟ ਕਿਹੜੀ ਦੇਣੀ ਹੈ? ਇਹਨੂੰ ਦਿੱਤੀ I0 I1 I2 I3। ਇਹਨੂੰ ਕਿਹੜੀ ਦੇਣੀ I4 I5 I6 I7। ਇਹਨੂੰ ਕਿਹੜੀ ਦਿੱਤੀ I8 I9 I10 I11। ਇਹਨੂੰ ਕਿਹੜੀਆਂ ਦਿੱਤੀਆਂ 12 13 14 ਤੇ 15। ਠੀਕ ਹੈ, ਕਿੰਨੀਆਂ ਕੰਟਰੋਲ ਲਾਈਨਾਂ ਚਾਹੀਦੀਆਂ ਜੀ 16:1 ਲਈ? ਕਿਸ ਤਰ੍ਹਾਂ ਪਤਾ ਲੱਗਾ 2 ਰੇਜ਼ ਟੂ ਪਾਵਰ ਕਿੰਨੀ ਕਰੀਏ ਕਿ 16 ਆ ਜੇ 2 ਦੀ ਪਾਵਰ 4 ਕਰੀਏ ਤੇ A B C D ਤੋਂ ਜਿਹੜੇ ਲੋਅਰ ਸਿਗਨੀਫੀਕੈਂਟ ਹੁੰਦੀ ਪਹਿਲੀ ਸਟੇਜ ਜਿਹੜੀ ਹੈ ਨਾ ਉਹਨੂੰ ਸਭ ਤੋਂ ਘੱਟ ਸਿਗਨੀਫੀਕੈਂਟ ਜੋੜ ਦੇਣੇ ਸਾਰਿਆਂ ਨੂੰ ਸੇਮ। C D ਇਹਨਾਂ ਕੋਲ ਚਲਾ ਗਿਆ, C D ਇਹਨਾਂ ਕੋਲ ਚਲਾ ਗਿਆ, C D ਇਹਨਾਂ ਕੋਲ ਚਲਾ ਗਿਆ ਤੇ ਚੌਥੇ ਕੋਲ ਵੀ C ਤੇ D ਚਲਾ ਗਿਆ। ਠੀਕ ਹੈ, ਹੁਣ ਇਹਨੂੰ ਕੀ ਜਾਏ? ਇਹਦੇ ਕੋਲ ਤੇ ਚਾਰ ਆਊਟਪੁੱਟਸ ਆ ਗਈਆਂ। ਉਹ ਜਿਹੜੀਆਂ ਚਾਰ ਆਊਟਪੁੱਟਸ ਆਈਆਂ ਉਹਨਾਂ ਚਾਰਾਂ ਚੋਂ ਅੱਗੇ ਕਿਹੜੀ ਭੇਜਣੀ ਆ ਉਹ ਕੌਣ ਡਿਸਾਈਡ ਕਰੇਗਾ? AB। ਤੇ AB ਇਹਨੂੰ ਦੇ ਦਿੰਦੇ ਆ, ਇੱਥੋਂ ਸੈਂਟਰ ਚੋਂ ਲਾਈਨਾਂ ਕੱਢ ਲੈਂਦੇ ਆ। ਲਓ ਜੀ, A ਲੈ ਭਰਾ ਤੂੰ, L ਲੈ, B ਲੈ, ਐਸ਼ ਕਰ। ਠੀਕ ਹੋ ਗਿਆ। ਇਹ ਕਿਸ ਤਰ੍ਹਾਂ ਕੰਮ ਕਰੇਗਾ? ਇੱਕ ਵਾਰੀ ਜਿਹੜਾ ਟੇਬਲ ਉਹੀ ਦੇਖ ਲਈਏ। A B C ਤੇ D ਤੇ ਕੋਰਸਪੋਂਡਿੰਗਲੀ ਮੇਰੇ ਕੋਲ ਆਊਟਪੁੱਟ ਤੇ ਆਊਟਪੁੱਟ y ਮੈਨੂੰ ਕੀ ਚਾਹੀਦੀ ਹੈ ਨਾ? ਮੇਰੇ ਕੋਲ ਹੈ 0 0 0 0 0 0 0 1 0 0 1 0 0 0 1 1। ਫਿਰ ਉਸ ਤੋਂ ਬਾਅਦ 0 1 0 1 0 1 0 0 0 1 0 1 0 1 1 0 0 1 1 1। ਠੀਕ ਹੈ ਨਾ? ਫਿਰ ਇੱਕ ਲਾਈਨ ਛੱਡ ਕੇ ਕਰ ਦਿੰਦਾ 1 1 0 0 0 1 0 0 1 1 0 1 0 1 0 1 1। ਫਿਰ ਇੱਕ ਲਾਈਨ ਛੱਡਦੇ ਹਾਂ 1 1 0 0 1 1 0 1 1 1 1 0 1 1 1 1। ਧਿਆਨ ਨਾਲ ਦੇਖੋ, ਇਹ ਟੇਬਲ ਸੇਮ ਹੈਗਾ 0 0 0 1 1 0 1 1 0 0 0 1 1 0 1 1 0 0 0 1 1 0 1 1 ਤੇ ਇੱਥੇ ਵੀ ਆਏ। ਇਹਦਾ ਮਤਲਬ ਹੈ ਜਦੋਂ ਮੈਂ ਕੋਈ ਇੱਕ ਵੈਲਿਊ C ਤੇ D ਨੂੰ ਦੇਵਾਂਗਾ ਇਹਨਾਂ 'ਚੋਂ ਕੋਈ ਇੱਕ ਐਕਟਿਵ ਹੋਏਗਾ, ਜਿਸ ਤਰ੍ਹਾਂ ਕਿ I0 I1 I2 I3 I4 I5 I6 I7 I8 I9 I10 I11 I12 I13 I14 ਤੇ I15। ਮੰਨ ਲਓ ਮੈਂ A B C D ਨੂੰ ਵੈਲਿਊ ਦੇਤੀ ਹੈ, A B C D ਨੂੰ ਵੈਲਿਊ ਦਿੱਤੀ ਹੈ ਕੁਛ ਵੀ 0 1 1 0 ਇਹ ਵੈਲਿਊ ਦਿੱਤੀ ਹੈ। ਠੀਕ ਹੈ, ਹੁਣ ਤੁਹਾਡੇ ਕੋਲ ਇਹ A ਇਹ B ਇਹ C ਤੇ ਇਹ D। C D ਦੀ ਵੈਲਿਊ ਕਿੰਨੀ ਹੈ 1 0। C D ਦੀ ਵੈਲਿਊ 1 0 ਇੱਕ ਵਾਰੀ ਇੱਥੇ ਆਈ ਹੈ, ਇੱਕ ਵਾਰੀ ਇੱਥੇ ਆਈ ਹੈ, ਇੱਕ ਵਾਰੀ ਇੱਥੇ ਆਈ ਹੈ, ਇੱਕ ਵਾਰੀ ਇੱਥੇ ਆਈ ਹੈ। ਜਦੋਂ ਤੁਸੀਂ C D ਨੂੰ 1 0 ਦਿੱਤਾ ਕੋਰਸਪੋਂਡਿੰਗਲੀ ਤੁਹਾਡੇ ਕੋਲ I2 I6 I10 ਤੇ I14। ਇੱਥੋਂ I2 ਅੱਗੇ ਪਹੁੰਚ ਜਾਣਾ, ਇੱਥੋਂ ਤੁਹਾਡੇ ਕੋਲ I6 ਅੱਗੇ ਪਹੁੰਚ ਗਿਆ, ਇੱਥੋਂ I10 ਤੇ ਇੱਥੋਂ I14 ਪਹੁੰਚ ਗਿਆ। ਉਹਨਾਂ ਚੋਂ ਹੁਣ ਅੱਗੇ ਕਿਹੜਾ ਜਾਏਗਾ ਉਹ ਡਿਸਾਈਡ ਹੋਏਗਾ AB ਦੀ ਵੈਲਿਊ ਨਾਲ। ਇਹਨੂੰ AB ਮਿਲਿਆ ਸੀ ਨਾ, AB ਦੀ ਵੈਲਿਊ ਵੀ 0 1। ਪਹਿਲੇ 'ਚ ਦੇਖੀਏ ਇੱਥੇ ਤੇ AB ਦੀ ਵੈਲਿਊ 0 0 ਚੱਲਦੀ ਪਈ ਹੈ,
ਇਹਦੇ ਚ ए बी ਦੀ ਵੈਲਿਊ 0 1 ਹੈ ਯੈਸ ਦਿਸ ਇਜ਼ ਦੀ ਰਾਈਟ ਕੰਬੀਨੇਸ਼ਨ ਇੱਥੇ ਦੇਖੋ 1 0 ਹੈ ਦਿਸ ਇਜ਼ ਆਲਸੋ ਨਾਟ ਦੀ ਰਾਈਟ ਕੰਬੀਨੇਸ਼ਨ ਦਿਸ ਇਜ਼ 1 1 ਦਿਸ ਇਜ਼ ਆਲਸੋ ਨਾਟ ਦੀ ਰਾਈਟ ਕੰਬੀਨੇਸ਼ਨ ਤਾਂ ਕਿਹੜਾ ਰਾਈਟ ਕੰਬੀਨੇਸ਼ਨ ਸੀ ਇਹ ਵਾਲਾ ਇਹਦੇ ਚੋਂ ਕਿਹੜਾ I6 ਤਾਂ ਜਦੋਂ ਹੀ AB ਦੀ ਵੈਲਿਊ ਮੈਂ 0 1 ਦਿੱਤੀ I6 ਅੱਗੇ ਮੇਰੇ ਕੋਲ ਪਹੁੰਚ ਗਿਆ ਕੋਈ ਡਾਊਟ ਦੈਟਸ ਆਲ ਦਿਸ ਇਜ਼ ਹਾਊ ਯੂ ਕੈਨ ਮੇਕ ਜਲਦੀ ਜਲਦੀ ਤੁਸੀਂ 32 into 1 मल्टीप्लेक्सर बनाओ यूजिंग 8 into 1 and 4 into 1 मल्टीप्लेक्सर्स 1 मिनट इंप्लीमेंट करो लो प्रधान जी नेक्स्ट है जी मल्टीप्लेक्सर्स एज यूनिवर्सल सर्किट एक बच्चा कहता है मान लो तुसी कोई एडर सर्किट बनाया सी ना एडर सर्किट हाफ एडर मान ज़्यादा नहीं हाफ एडर ठीक है हले मल्टीप्लेक्सर में 2 मिनट भुल जाओ एज यूनिवर्सल सर्किट भुल जाओ सिर्फ यह याद करो एडर सर्किट है एडर सर्किट तुहाडे कोल तुसी ए ते बी इनपुट दिंदे हो तुहाडे कोल दो आउटपुट्स आंदियां सम ते कैरी 0 0 ते सम 0 कैरी 0 0 1 ते सम 1 कैरी 0 1 0 ते सम 1 कैरी 0 ते 1 1 ते सम 0 कैरी 1 तुहानू इनपुट आउटपुट ते पता है इनपुट भी पता है आउटपुट भी पता है मैं सेम चीज़ ਜਾਂ ਤੇ ਤੁਸੀਂ ਉਹ ਕੇ ਮੈਪ ਸੋਲਵ ਕੀਤਾ ਇਹਦਾ ਐਕਸਕਲੂਸਿਵ OR ਗੇਟ ਬਣਾਇਆ ਇਹਦਾ ਵੀ ਕੋਈ ਸਰਕਟ ਬਣਾ ਸਕਦੇ ਹੋ ਜਾਂ ਜ਼ਰੂਰੀ ਨਹੀਂ ਕਿ ਇੰਨਾ ਸਿੰਪਲ ਸਰਕਟ ਕੋਈ ਕੰਪਲਿਕੇਟਿਡ ਸਰਕਟ 3 ਇਨਪੁਟ ਵਾਲਾ 4 ਇਨਪੁਟ ਵਾਲਾ 5 ਇਨਪੁਟ ਵਾਲਾ ਜੋ ਵੀ ਸਰਕਟ ਹੈਗਾ ਅਲਟੀਮੇਟਲੀ ਤੁਹਾਨੂੰ ਕੀ ਚਾਹੀਦਾ ਤੁਸੀਂ ਉਹਨੂੰ ਇੱਕ ਟੇਬਲ ਦੀ ਫਾਰਮ 'ਚ ਲਿਖੋ ਉਹ ਟੇਬਲ ਦੀ ਫਾਰਮ 'ਚ ਕੁਝ ਆਊਟਪੁੱਟਸ ਹੋਣਗੀਆਂ ਜਿੰਨੀਆਂ ਆਊਟਪੁੱਟ ਹੈਗੀਆਂ ਉਹਨੇ ਮਲਟੀਪਲੈਕਸਰ ਲਾ ਲਓ ਇਹਦੇ 'ਚ ਇੱਕ ਕਿਉਂਕਿ ਮਲਟੀਪਲੈਕਸਰ ਦੀ ਇੱਕ ਆਊਟਪੁੱਟ ਹੁੰਦੀ ਹੈ तो एक आउटपुट वास्ते एक मल्टीप्लेक्सर वरतना है तो ये दो आउटपुट्स है सम ते कैरी तो मैं दो मल्टीप्लेक्सर लगान लगा जी मैं की करन लगा दो मल्टीप्लेक्सर लगान लगा ठीक है तो मल्टीप्लेक्सर नू इनपुट्स कितनियां है 4 इनपुट्स है 0 0 0 1 1 0 1 1 4 ऑप्शंस है ना तो मेरे को 4 into 1 का एक मल्टीप्लेक्सर ए मेरिया 4 इनपुट्स तो कैरी वास्ते भी एक 4 into 1 का ਮਲਟੀਪਲੈਕਸਰ 1 2 3 4 ਹੋਈ ਇਨਪੁਟਸ ਤੇ ਆਬਵੀਅਸਲੀ ਇਹਨਾਂ ਦੀਆਂ ਦੋ ਕੰਟਰੋਲ ਲਾਈਨਾਂ ਜਿਹੜੀਆਂ ਕਿ A ਤੇ B ਦੀਆਂ ਵੈਲਿਊਜ਼ ਹੈਗੀਆਂ ਇੱਥੇ ਮੇਰੇ ਕੋਲ ਇੱਕ ਆਊਟਪੁੱਟ ਹੈ ਜਿਹਨੂੰ ਮੈਂ ਸਮ ਕਿਹਾ ਇੱਕ ਆਊਟਪੁੱਟ ਹੈ ਜਿਹਨੂੰ ਮੈਂ ਕੈਰੀ ਕਿਹਾ ਠੀਕ ਹੈ ਹੁਣ ਪਹਿਲੇ ਆਪਾਂ ਸਮ ਦੇ ਦੁਆਲੇ ਹੋ ਜਾਈਏ ਜਦੋਂ 0 0 ਆਏ ਇੱਥੇ ਆਪਾਂ A ਤੇ B ਲਾਈਨਾਂ ਲਿਖ ਲਈਏ A ਤੇ B ਇਹ A ਤੇ B ਇਹਦੇ ਨਾਲ ਅਸੀਂ जोड़ते इस तरह ही ए ते बी ये जोड़ते जो मैं ए नू 0 बी नू 0 देवांगा मैं पूछना यार मैनू सम चाहिए कितना है 0 चाहिए कभी मैनू 1 चाहिए कभी मैनू 0 चाहिए होर तो कोई ऑप्शन नहीं है ना या 0 या 1 या 0 तो मैं इत्थे एक लाइन ले लीजिए यह लाइन हैगी है 1 लाइन ये मैं 5 वोल्ट की सप्लाई दे देना तो इस लाइन नू आपां कह देंगे 1 लाइन तो यदा एक कंप्लीमेंट ले लें इस लाइन में की कह देंगे ऑबवियसली 0 लाइन मैनू की चाहिए 0 1 1 0 तो यह पहला इनपुट मैं 0 ना जोड़ता दूजा इनपुट 1 ना तीजा इनपुट 1 ना तो चौथा इनपुट 0 ना ध्यान ना देखो होएगा कि पहले मल्टीप्लैक्सर की वर्किंग देखो मल्टीप्लैक्सर जो 0 0 देवांगे तो उन्हें I0 नू अगे भेज देना तो I0 जुड़िया किहदे नाल है I0 I1 I2 I3 I0 जुड़िया कि 0 लाइन नाल तो अगे की जाएगा 0 मैं फीड किया 0 0 उन्हें सम देता 0 मैं फीड किया 0 1 0 1 करांगा तो I1 अगे जाना तो I1 मैं कितने जोड़िया 1 ना तो 1 अगे चल जाना है ना मैं फीड किया 0 1 उन्हें सम देता 1 मैं कहांगा 1 0 I2 चल जाएगा I2 भी 1 है तो I3 जो मैं 1 1 करांगा I3 ने अगे जाना है I3 मैं कितने जोड़िया 0 ना तो 0 अगे चल जाएगी तो यह हाफ एडर के सम का काम करता है कैरी च दसो मैं किन जोड़ा I0 I1 I2 I3 ठीक हो गया सर 0 0 0 1 लो 0 0 0 1 बन गया दिस इज ए हाफ एडर सर्किट यूजिंग मल्टीप्लेक्सर्स हाफ एडर सर्किट यूजिंग मल्टीप्लेक्सर एक अद्धा होर बनाने फिर और क्लीयर हो जाएगा सब तो पहले एक सर्किट लिखते हैं उस सर्किट का ट्रुथ टेबल लिखते हैं
कोई सर्किट का तुम ट्रुथ टेबल लिखो, मान लो फुल सबट्रैक्टर सर्किट की है, उस 3 इनपुट है ए बी सी, आउटपुट की है 2, एक डिफरेंस एक बोरोड बिट। ठीक है, सब तो पहले उसका ट्रुथ टेबल लिखो, 3 इनपुट है तो 8x1 वाले मल्टीप्लैक्सर ला दो। सब तो पहले असी मान लो मैं करना क्वेश्चन की है इंप्लीमेंट फुल सबट्रैक्टर यूजिंग मल्टीप्लैक्सर्स। ਤੁਸੀਂ कहना बस सर पहले यह देखिए सानू चाहिदा की है, क्योंकि जब तक चाहिदा की है यह नहीं पता तब तक सर्किट तो नहीं ना बन सकता। ए बी सी डिफरेंस ते बोरोड बिट, मेरे को ऑप्शन है 0 0 0 0 0 1 0 1 0 0 1 1 1 0 0 1 0 1 1 1 0 1 1 1, 8 ऑप्शन है। 0 0 0 ਤੇ डिफरेंस 0 बोरोड बिट 0, 0 0 1 ਤੇ डिफरेंस 1 बोरोड बिट 1, 0 1 ਤੇ ਇਹ ਜਦੋਂ 0 ਜੋ 1 ਕੀਤਾ 1 डिफरेंस आ गया, 1 ਚੋਂ 0 ਕੀਤਾ 1 नहीं रहा, बोरोड बिट भी 1, 0 जो 1 ਕੀਤਾ 1 आया, 1 जो 1 ਕੀਤਾ 0 बोरो करना ਪਿਆ ਸੀ, 1 तो 0 1 1 तो 0 1 बोरो कुछ नहीं, 1 minus 0 is 1 1 minus 1 is 0 बोरो कुछ नहीं, 1 minus 1 is 0 0 minus 0 is 0 बोरो कुछ नहीं, 1 minus 1 is 0 0 minus 1 is 1 with 1 borrowed bit। ਸੌਖਾ ਤਰੀਕਾ डिफरेंस देखने ਦਾ मैं क्या सी, जे ऑड नंबर ऑफ 1 है गया तो 1 आना है, जे ईवन नंबर ऑफ 1 इनपुट से गया तो 0 आना। आ देखो इतने 1 1 है तो 1 आया, 1 1 है 1 आया, 2 1 है तो 0 आ गया, 1 1 है तो 1, 2 1 है तो 0, 2 1 है 0, 3 1 है ऑड नंबर हो गया 1 आ गया, एंड सो जो यह बन गया। ਹੁਣ ਤੁਸੀਂ कहना ए बी सी 3 कंट्रोल लाइन 8x1 मल्टीप्लैक्सर, किन्ने मल्टीप्लैक्सर लावां, जिन्नियां आउटपुट ओने मल्टीप्लैक्सर। हेलो 8x1 का मल्टीप्लैक्सर ही कितने, 8x1 का मल्टीप्लैक्सर ही एक नूं कह दिंदे आ डिफरेंस, एक दी आउटपुट नूं कह दिंदे आ बोरोड बिट। कंट्रोल लाइन आसान ही है ए बी सी, चलो बई ए तू जा, बी तू भी जा, सी तू इत्थे जा, ए बी ते सी, चलो हो गया ए बी सी। उस तो बाद गल रह गई कि इन्हां दियां आउटपुट्स करना जोड़ी, आउटपुट्स है 8 1 2 3 4 1 2 3 4, ऐसा ब्लॉक बना लिए आसान हो जाता पछाणन च, 1 2 3 4 1 2 3 4। ठीक है, एक लाइन नूं कह दो 1 लाइन ते ए दी कंप्लीमेंट लाइन हो गई 0 लाइन। शुरू ते डिफरेंस च देखो मैनू की चाहिए 0 1 1 0, हेलो तू चल भी 0 को 1 1 ते तू जा 0 को 0 1 1 0 आ गया। उस तो बाद की है 1 0 0 1, इनू कह देना जोड़ा 1 0 0 1। अगली हूँ दूसरे तक कितना जोड़ा 0 1 1 1, चलो भाई चलो 0 1 1 1, अगले देखो 0 0 0 1, चलो भी 0 को 0 को 0 को 0 को, चलो 1 हो गया। दिस इज मतलब तुसी गए तुसी क्या इंप्लीमेंट करना, मैं फुल सबट्रैक्टर बनाना, पहले तुसी उहदा टेबल बनाया, फिर तुसी उहदा के मैप बनाया, फिर तुसी उहदा सर्किट बनाया, तुसी गिनदे रहे मैनू 4 एंड गेट चाहिए, 5 इनपुट ओले चाहिए, या एक्सक्लूसिव और गेट चाहिए, या इन्ने नोट चाहिए, इन्ने ए चाहिए, वो दफा करो। तुसी की खरीदो बाजारों सीधे मल्टीप्लैक्सर, तो मल्टीप्लैक्सर खरीद के जड़ा मर्जी टेबल होए उन्होंने डायरैक्टली इंप्लीमेंट कर लो, तो मल्टीप्लैक्सर्स आर यूनिवर्सल सर्किट्स। डन।